ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਵੱਲੋਂ ਕੇਂਦਰ ਸਰਕਾਰ ਤੋਂ ਯੂਏਪੀਏ ਕਾਨੂੰਨ ਨੂੰ ਰੱਦ ਕਰਵਾਉਣ ਦੇ ਸਬੰਧ 'ਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਕੇਂਦਰ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸਾਰੇ ਵਰਗਾਂ ਅਤੇ ਆਪਣੇ ਵਿਰੋਧੀ ਰਾਜਨੀਤਿਕ ਦਲਾਂ ਦਾ ਸਾਥ ਲੈ ਕੇ ਦੇਸ਼ ਨੂੰ ਕਰੋਨਾ ਮੁਕਤ ਕਰਦੀ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਮਹਾਮਾਰੀ ਦੌਰਾਨ ਵੀ ਕੇਂਦਰ ਦੀ ਭਾਜਪਾ ਸਰਕਾਰ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਐਸਸੀ ਐਸਟੀ ਅਤੇ ਘੱਟ ਗਿਣਤੀਆਂ ਨੂੰ ਡਰਾਉਣ ਅਤੇ ਧਮਕਾਉਣ 'ਚ ਲੱਗੀ ਹੋਈ ਹੈ। ਕੇਂਦਰ ਸਰਕਾਰ ਦੀਆਂ ਅਜਿਹੀਆਂ ਫਿਰਕਾਪ੍ਰਸਤ ਕਾਰਵਾਈਆਂ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਹੋਇਆਂ ਆਗੂਆਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਟਾਡਾ ਵਰਗੇ ਕਾਲੇ ਕਾਨੂੰਨ ਬਣਾ ਕੇ ਨੌਜਵਾਨੀ ਦਾ ਘਾਣ ਕੀਤਾ ਤੇ ਹੁਣ ਭਾਜਪਾ ਵੱਲੋਂ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਯੂਏਪੀਏ ਵਰਗੇ ਕਾਲੇ ਕਾਨੂੰਨ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਜੇਕਰ ਸਰਕਾਰ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਛੇੜਿਆ ਜਾਵੇਗਾ। ਸਿੱਖ ਹੁਸ਼ਿਆਰਪੁਰ ਤੋਂ ਚੇਤਨ ਕਸ਼ਪ ਅਤੇ ਗੋਬਿੰਦਜੀਤ ਸਿੰਘ ਦੀ ਸਾਂਝਾ ਫਰੰਟ ਵੱਲੋਂ ਜੋ ਅੱਜ ਸਿੰਘ ਸਭਾ ਗੁਰਦੁਆਰਾ ਵਿਖੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਹੀ ਮੈਂ ਆਪਣੇ ਸਤਿਕਾਰਯੋਗ ਜਰਨਲਿਸਟ ਵੀਰਾਂ ਦਾ ਧੰਨਵਾਦ ਕਰਦਾ। ਆਪ ਸਭ ਨੂੰ ਮੈਂ ਜੀ ਆਇਆਂ ਆਖਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਨੋਟਿਸ 'ਤੇ ਅੱਜ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਜੋ ਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਹੀ ਗੰਭੀਰਤਾ ਦੇ ਨਾਲ ਚੱਲ ਰਿਹਾ ਯੂਏਪੀ ਦਾ, ਉਹਦੇ ਰਿਗਾਰਡਿੰਗ ਸਾਡੇ ਸਾਰੇ ਹੀ ਸਤਿਕਾਰਯੋਗ ਲੀਡਰ ਜੋ ਕਿ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਨਾਲ ਸੰਬੰਧਿਤ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਨੇ। ਉਹਨਾਂ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਨਾਮ ਸਿੰਘ ਸਿੰਗੜੀਵਾਲਾ ਜੀ ਔਰ ਸਾਡੇ ਵਾਲਮੀਕੀ ਧਰਮ ਰਕਸ਼ਾ ਸਮਿਤੀ ਦੇ ਪ੍ਰਧਾਨ ਵਿਕਾਸ ਹੰਸ ਜੀ, ਬਾਬਾ ਸਾਹਿਬ ਟਾਈਗਰ ਫੋਰਸ ਦੇ ਸਾਡੇ ਪ੍ਰਧਾਨ ਅਮਨਦੀਪ ਸਿੰਘ ਜੀ ਅਮਨ, ਔਰ ਸਾਡੇ ਮੁਸਲਿਮ ਭਾਈਚਾਰੇ ਤੋਂ ਮੌਲਵੀ ਖਲੀਲ ਅਹਿਮਦ ਸਾਹਿਬ, ਔਰ ਸਾਡੇ ਰਵਿਦਾਸ ਟਾਈਗਰ ਫੋਰਸ ਤੋਂ ਹਰਵਿੰਦਰ ਹੀਰਾ ਜੀ, ਚੰਦਰ ਲੱਕੀ ਜੀ, ਔਰ ਸਾਡੇ ਦਲ ਖਾਲਸਾ ਤੋਂ ਭਾਜੀ ਹਰਵਿੰਦਰ ਸਿੰਘ ਜੀ ਹਰਮੋਏ ਤੋਂ, ਸਾਡੇ ਵਿਸ਼ਾਲ ਆਦੀਆ ਜੀ ਵਾਲਮੀਕੀ ਧਰਮ ਯੁਵਾ ਦਲ ਦੇ ਲੀਡਰ ਨੇ, ਔਰ ਬਾਕੀ ਸਾਡੇ ਵਿੱਚ ਹੋਰ ਵੀ ਸਤਿਕਾਰਯੋਗ ਜਿੰਨੇ ਵੀ ਮੈਂਬਰ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਅਸੀਂ ਅੱਜ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਯੂਏਪੀ ਜਿਹਦੀ ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਦੁਰਵਰਤੋਂ ਹੋ ਰਹੀ ਹੈ, ਨੈਸ਼ਨਲ ਲੈਵਲ 'ਤੇ ਬਾਕੀ ਸੂਬਿਆਂ ਵਿੱਚ ਵੀ ਇਹਦੀ ਦੁਰਵਰਤੋਂ ਹੋ ਰਹੀ ਹੈ, ਪਰ ਅਸੀਂ ਅੱਜ ਪੰਜਾਬ ਦੇ ਵਿੱਚ ਜਿਹੜੀ ਇਹਦੀ ਦੁਰਵਰਤੋਂ ਹੋ ਰਹੀ ਆ ਉਹਦੇ ਉੱਪਰ ਗੱਲ ਕਰਨ ਦੇ ਲਈ ਇੱਥੇ ਇਕੱਠੇ ਹੋਏ ਆ। ਔਰ ਇਹ ਅਸੀਂ ਤੁਹਾਡੇ ਜ਼ਰੀਏ ਅਸੀਂ ਅੱਜ ਭਾਰਤ ਸਰਕਾਰ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਵੀ, ਤਾਂ ਕਿ ਇਸ ਕਾਨੂੰਨ ਦੀ ਜਿਹੜੀ ਆ ਦੁਰਵਰਤੋਂ ਨਾ ਹੋਵੇ ਔਰ ਉਹ ਨੌਜਵਾਨ ਜਿਹੜੇ ਕਿ ਪੰਜਾਬ ਦਾ ਭਵਿੱਖ ਨੇ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਖਰਾਬ ਨਾ ਹੋਵੇ, ਧੁੰਦਲਾ ਨਾ ਹੋਵੇ। ਸੋ ਇਹਦੇ ਸੰਬੰਧ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਨ ਦੇ ਲਈ ਇੱਥੇ ਇਕੱਠੇ ਹੋਏ ਹਾਂ। ਪ੍ਰੈਸ ਨੋਟ ਅਸੀਂ ਤੁਹਾਨੂੰ ਸਭ ਨੂੰ ਰਿਲੀਜ਼ ਕਰ ਦਿੱਤਾ ਆ ਔਰ ਉਹਦੇ ਵਿੱਚ ਅਸੀਂ ਜਿਹੜੀ ਆ ਇੱਕ ਗੱਲ ਲਿਖੀ ਆ ਕਿ ਜਿਹੜੇ ਭਾਰਤ ਦੇ ਵਿੱਚ ਜਿੰਨੇ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਚਾਹੇ ਉਹਦੇ ਵਿੱਚ ਬਹੁਤਾ ਸਮਾਂ ਕਾਂਗਰਸ ਨੇ ਰਾਜ ਕੀਤਾ, ਉਹਨਾਂ ਨੇ ਵੀ ਟਾਡਾ ਵਰਗੇ ਕਾਨੂੰਨ ਬਣਾਏ ਨੇ, ਕੋਟਾ ਵਰਗੇ ਕਾਨੂੰਨ ਬਣਾਏ ਨੇ, ਪਰ ਉਸ ਤੋਂ ਬਾਅਦ ਹੁਣ ਜਦੋਂ ਦੀ ਭਾਰਤ ਦੇ ਵਿੱਚ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਬਣੀ ਆ, ਉਹਨਾਂ ਨੇ ਟਾਡਾ ਤੇ ਪੋਟਾ ਤੋਂ 4 ਕਦਮ ਅੱਗੇ ਜਾਂਦੇ ਹੋਏ ਯੂਏਪੀ ਕਾਨੂੰਨ ਬਣਾਇਆ ਔਰ ਉਹ ਇਹ ਭੁਲੇਖਾ ਦੇ ਕੇ ਬਣਾਇਆ ਕਿ ਜੀ ਇਹਦੇ ਕਾਨੂੰਨ ਦੇ ਨਾਲ ਕਿਸੇ ਨਾਲ ਕੋਈ ਵੀ ਇਨਜਸਟਿਸ, ਕਿਸੇ ਨਾਲ ਕੋਈ ਵੀ ਜ਼ਿਆਦਤੀ ਨਹੀਂ ਹੋਏਗੀ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਟਾਡਾ ਤੇ ਪੋਟਾ ਤੋਂ ਫਰਕ ਕਿਵੇਂ ਆ, ਗੰਭੀਰ ਕਿਵੇਂ ਆ। ਟਾਡਾ ਤੇ ਪੋਟਾ ਦੇ ਤਹਿਤ ਇਹ ਸੀ ਕਿ ਜਦੋਂ ਵੀ ਟਾਡਾ ਤੇ ਪੋਟਾ ਦੇ ਤਹਿਤ ਕੋਈ ਕੇਂਦਰੀ ਏਜੰਸੀ ਕਾਰਵਾਈ ਕਰਦੀ ਸੀ ਤੇ ਉਹਦੇ ਵਿੱਚ ਅਗਰ ਕੋਈ ਜਿਹੜੇ ਭਾਰਤ ਦੇ ਵਿੱਚ ਬੈਨ ਕੀਤੇ ਹੋਏ ਸੰਗਠਨ ਨੇ, ਜਿਹੜੇ ਐਂਟੀ ਨੈਸ਼ਨਲ ਸੰਗਠਨ ਨੇ ਜਿਨ੍ਹਾਂ 'ਤੇ ਪਾਬੰਦੀ ਲਾਈ ਆ, ਅਗਰ ਉਹਨਾਂ ਨਾਲ ਸੰਬੰਧਿਤ ਕੋਈ ਵਿਅਕਤੀ ਕੋਈ ਗਤੀਵਿਧੀ ਕਰਦਾ ਫੜਿਆ ਜਾਂਦਾ ਸੀ ਤੇ ਉਹਦੇ ਉੱਪਰ ਕਾਰਵਾਈ ਹੁੰਦੀ ਸੀ। ਪਰ ਯੂਏਪੀ ਦੇ ਵਿੱਚ
ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ ਇਹਨੇ 4 ਕਦਮ ਅੱਗੇ ਜਾ ਕੇ ਇਹ ਗੱਲ ਇਹਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਆ ਕਿ ਹੁਣ ਸੰਗਠਨ ਨਾਲ ਭਾਵੇਂ ਵਿਅਕਤੀ ਜੁੜਿਆ ਨਾ ਵੀ ਹੋਵੇ, ਅਗਰ ਉਹ ਅਨਲਾਫੁਲ ਐਕਟੀਵਿਟੀ ਕਰਦਾ ਫੜਿਆ ਜਾਂਦਾ ਆ ਜਾਂ ਕਰਦਾ ਦੇਖਿਆ ਜਾਂਦਾ, ਉਹਦੇ ਖਿਲਾਫ ਵੀ ਬਿਨਾਂ ਕੋਈ ਨੋਟਿਸ ਦਿੱਤੇ ਉਹਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਜਾ ਸਕਦਾ। ਔਰ ਇਹਦੇ ਵਿੱਚ ਇਹ ਆ ਕਿ ਨਾ ਕੋਈ ਦਲੀਲ ਆ ਤੇ ਨਾ ਕੋਈ ਅਪੀਲ ਆ। ਕੋਰਟ ਦੇ ਵਿੱਚ ਤੁਸੀਂ ਜ਼ਮਾਨਤ ਲੈਣ ਵੀ ਜਾਓ ਤੇ ਕੋਰਟ ਪੁਲਿਸ ਨੂੰ ਅਗਰ ਨੋਟਿਸ ਕਰੇਗੀ ਤੇ ਪੁਲਿਸ ਕਹਿ ਦੇਗੀ ਜੀ ਕਿ ਹਾਲੇ ਇਹਨੂੰ 2 ਸਾਲ ਤੱਕ ਨਹੀਂ ਛੱਡਣਾ, ਤੇ ਕੋਰਟ 2 ਸਾਲ ਤੱਕ ਉਹ ਬੰਦੇ ਨੂੰ ਛੱਡੇਗੀ ਨਹੀਂ। ਸੋ ਇਹ ਕਿਹਦੇ ਖਿਲਾਫ ਵਰਤਿਆ ਜਾ ਰਿਹਾ? ਇਹ ਸਿਰਫ ਤੇ ਸਿਰਫ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ, SC ST ਦੇ ਖਿਲਾਫ ਵਰਤਿਆ ਜਾ ਰਿਹਾ। ਪੰਜਾਬ 'ਚ ਸਪੈਸ਼ਲੀ ਸਿੱਖ ਨੌਜਵਾਨਾਂ ਦੇ ਖਿਲਾਫ ਵਰਤਿਆ ਜਾ ਰਿਹਾ, ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਇਹ ਮੁਸਲਿਮ ਕਮਿਊਨਿਟੀ ਦੇ ਖਿਲਾਫ ਵੱਡੇ ਪੱਧਰ 'ਤੇ ਦੀ ਦੁਰਵਰਤੋਂ ਹੋ ਰਹੀ ਹੈ। ਤੇ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਰੈਫਰੈਂਡਮ ਦੀ ਨਾਂ ਹੇਠ ਰੈਫਰੈਂਡਮ ਜਿਹੜਾ 2020 ਦੀ ਜਿਹੜੀ ਗੱਲ ਸੀ ਉਹਦੇ ਨਾਂ ਹੇਠ ਕੇਂਦਰੀ ਏਜੰਸੀ NIA ਨੇ 19 ਜਿਹੜੇ ਆ ਮੁੰਡਿਆਂ ਨੂੰ ਪਿਛਲੇ ਦਿਨਾਂ 'ਚ ਗ੍ਰਿਫਤਾਰ ਕੀਤਾ। ਉਹਦੇ ਵਿੱਚੋਂ ਇੱਕ ਮੁੰਡਾ ਜਦੋਂ ਉਹਦੀ ਪ੍ਰੈਸ਼ਰ ਬਣਿਆ ਕਿ ਇਹ ਮੁੰਡਾ ਤੇ ਜੀ ਇੱਕ ਬੜੇ ਹੀ ਆਮ ਪਰਿਵਾਰ ਦਾ, ਇੱਕ ਗਰੀਬ ਪਰਿਵਾਰ ਦਾ ਮੁੰਡਾ ਆ ਔਰ ਇਹਦਾ ਤੇ ਰੋਜੀ ਰੋਟੀ ਦੇ ਨਾਲ ਲਿੰਕ ਹੈ, ਇਹੋ ਜਿਹੀਆਂ ਐਕਟੀਵਿਟੀ 'ਚ ਤਾਂ ਸ਼ਾਮਲ ਹੀ ਨਹੀਂ ਹੋ ਸਕਦਾ, ਤੇ ਉਹਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਇਹਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ। ਇੱਥੋਂ ਇਹ ਪਤਾ ਲੱਗਦਾ ਕਿ ਇਹ ਕਾਨੂੰਨ ਆ, ਇਹਦੀ ਜਿਹੜੀ ਦੁਰਵਰਤੋਂ ਆ ਉਹ ਬਗੈਰ ਤੱਥਾਂ ਤੋਂ ਵੀ ਅਗਰ ਕਿਸੇ ਨੂੰ ਟਾਰਗੇਟ ਕਰਨਾ ਆ ਤੇ ਉਹਨੂੰ ਫੜਿਆ ਜਾ ਸਕਦਾ ਆ। ਸੋ ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਅਸੀਂ ਮੀਡੀਆ ਦੇ ਰਾਹੀਂ ਅਸੀਂ ਅੱਜ ਇਹ ਗੱਲ ਕਹਿਣਾ ਚਾਹੁੰਦੇ ਆ ਭਾਰਤ ਸਰਕਾਰ ਨੂੰ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ, ਕਿਉਂਕਿ ਇਹ ਕਾਨੂੰਨ ਸਿਰਫ ਤੇ ਸਿਰਫ ਘੱਟ ਗਿਣਤੀਆਂ ਨੂੰ, SC ST ਨੂੰ, OBC ਨੂੰ ਨਿਸ਼ਾਨਾ ਬਣਾ ਕੇ ਬਣਾਇਆ ਗਿਆ ਔਰ ਉਹਨਾਂ ਵਰਗਾਂ ਦੇ ਹੀ ਨੌਜਵਾਨਾਂ ਨੂੰ ਇਹਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ। ਜਿਹਦੀ ਸਭ ਤੋਂ ਵੱਡੀ ਮਿਸਾਲ ਸੰਗਰੂਰ ਜ਼ਿਲ੍ਹੇ ਦਾ ਇੱਕ ਸਿੱਖ ਨੌਜਵਾਨ ਲਵਪ੍ਰੀਤ ਸਿੰਘ ਜੋ ਕਿ ਦਲਿਤ ਪਰਿਵਾਰ ਨਾਲ ਸੰਬੰਧਿਤ ਆ, ਉਹਨੂੰ NIA ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸੰਮਣ ਕਰਕੇ ਜਿਹੜਾ ਮੋਹਾਲੀ ਦਫ਼ਤਰ ਹੈ NIA ਦਾ ਉੱਥੇ ਉਹਨੂੰ ਬੁਲਾਇਆ। ਉਹਨੂੰ ਇੰਨਾ ਕੁ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਦਿੱਤਾ ਕਿ ਸ਼ਾਮ ਦੇ ਵੇਲੇ ਮੋਹਾਲੀ ਅੰਬ ਸਾਹਿਬ ਗੁਰਦੁਆਰਾ ਦੇ ਇੱਕ ਕਮਰੇ ਵਿੱਚ ਜਦੋਂ ਉਹ ਰਾਤ ਕੱਟਣ ਦੇ ਲਈ ਉੱਥੇ ਰਿਹਾ ਤੇ ਉਹ ਦਬਾਅ ਵਿੱਚ ਆ ਕੇ ਉਹਨੇ ਖੁਦਕੁਸ਼ੀ ਕਰ ਲਈ। ਔਰ ਉਹ ਖੁਦਕੁਸ਼ੀ ਤੋਂ ਬਾਅਦ ਇਹ ਪਤਾ ਚੱਲਦਾ ਆ ਕਿ ਕਿੰਨਾ ਪੰਜਾਬ ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਖੌਫ ਆ ਨੌਜਵਾਨਾਂ 'ਚ। ਔਰ ਉਹਨੇ ਖੁਦਕੁਸ਼ੀ ਕਿਉਂ ਕੀਤੀ? ਕਿਉਂਕਿ ਉਹਨੇ ਦੇਖਿਆ ਕਿ ਜਦੋਂ ਅਕਾਲੀ ਭਾਜਪਾ ਵੀ ਪੰਜਾਬ ਵਿੱਚ ਸੀਗੀ ਉਦੋਂ ਵੀ 27 ਮੁੰਡਿਆਂ ਦੇ ਖਿਲਾਫ ਉਸ ਵੇਲੇ ਵੀ ਜਿਹੜਾ ਆ ਇਸ UAPA ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਸੀ, ਤੇ ਉਹ ਮੁੰਡੇ 'ਤੇ ਇੰਨਾ ਮਾਨਸਿਕ ਦਬਾਅ ਸੀ ਕਿ ਉਹਨੂੰ ਇਹ ਡਰ ਲੱਗਾ ਕਿ ਜੇ ਪਹਿਲੋਂ ਇੰਨੇ ਲੋਕ ਜਿਹੜੇ ਆ ਨੌਜਵਾਨ ਜੇਲ੍ਹਾਂ ਵਿੱਚ ਬੰਦ ਨੇ, ਜਿਨ੍ਹਾਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ, ਸੁਪਰੀਮ ਕੋਰਟ ਤੱਕ ਉਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ, ਤਾਂ ਜੇਕਰ ਕਿਤੇ ਮੈਂ ਵੀ ਇਹਨਾਂ ਦੇ ਅੜਿੱਕੇ ਆ ਗਿਆ ਤੇ ਮੈਂ ਵੀ ਬਚਣਾ ਨਹੀਂ, ਮੈਨੂੰ ਵੀ ਸਾਰੀ ਉਮਰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਰਹਿਣਾ ਪਏਗਾ। ਇਸ ਕਰਕੇ ਅੱਜ ਪੰਜਾਬ ਦੇ ਵਿੱਚ ਇਸ UAP ਨੂੰ ਲੈ ਕੇ ਪੰਜਾਬ ਵਾਸੀ ਜਿਹੜੇ ਆ ਉਹ ਕਾਫੀ ਰੋਸ ਦੇ ਵਿੱਚ ਨੇ ਔਰ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਪ੍ਰੋਟੈਸਟ ਹੋ ਰਹੇ ਨੇ। ਔਰ ਅੱਜ ਅਸੀਂ ਵੀ ਜਿਹੜਾ ਆ ਇੱਥੇ ਇਸ ਕਰਕੇ ਇਕੱਠੇ ਹੋਏ ਆ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਿ ਜੇਕਰ ਇਹ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰਦੀ ਤੇ ਅਸੀਂ ਫਿਰ ਪ੍ਰੋਟੈਸਟ ਲਈ ਵੀ ਉਤਰਾਂਗੇ। ਔਰ ਅਸੀਂ ਥੋੜ੍ਹੇ ਦਿਨਾਂ 'ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਇੱਕ ਮੰਗ ਪੱਤਰ ਦੇਵਾਂਗੇ ਕਿ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਅਗਵਾਈ ਕਰਨ ਤਾਂ ਕਿ ਇਹ ਕਾਲੇ ਕਾਨੂੰਨ ਰੱਦ ਕੀਤਾ ਜਾਵੇ। ਔਰ ਪੰਜਾਬ ਇਹ ਜਿਹੜਾ ਕਾਨੂੰਨ ਆ ਇਹ ਸੰਘੀ ਢਾਂਚੇ ਦੇ ਵੀ ਵਿਰੋਧ ਵਿੱਚ ਆ, ਫੈਡਰਲ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ, ਕਿਉਂਕਿ ਇਹ ਕਾਨੂੰਨ ਜਿਹੜਾ ਆ ਜਦੋਂ ਬਣਾਇਆ ਗਿਆ ਉਸ ਵੇਲੇ ਸੂਬਿਆਂ ਨੂੰ ਇਹਦੇ ਵਿੱਚ ਇਨਵੋਲਵ ਨਹੀਂ ਕੀਤਾ ਗਿਆ। ਇਹ ਸਿਰਫ ਤੇ ਸਿਰਫ ਕੇਂਦਰ ਸਰਕਾਰਾਂ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਘੱਟ ਗਿਣਤੀਆਂ ਨੂੰ ਡਰਾਉਣ, ਫਸਾਉਣ, ਧਮਕਾਉਣ ਦੇ ਲਈ ਉਹ ਬਣਾਉਂਦੀਆਂ ਨੇ ਤਾਂ ਕਿ ਉਹਨਾਂ ਦੇ ਅੱਗੇ ਕੋਈ ਵੀ ਸਿਰ ਨਾ ਚੱਕ ਸਕੇ, ਸੰਵਿਧਾਨਿਕ ਤੌਰ ਤੇ ਕੋਈ ਗੱਲ ਨਾ ਕਰ ਸਕੇ। ਇਸ ਕਰਕੇ ਉਹ ਕਾਨੂੰਨ ਬਣਾਉਂਦੀਆਂ ਨੇ। ਪਹਿਲੋਂ ਟਾਡਾ ਦੇ ਤਹਿਤ ਵੀ ਬਹੁਤ ਸਾਰੇ ਸਿੱਖ, ਮੁਸਲਿਮ ਤੇ SC ST ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਜਿਨ੍ਹਾਂ ਦੀ ਹਾਲੇ ਤੱਕ ਕੋਈ ਜ਼ਮਾਨਤ ਨਹੀਂ ਹੋ ਰਹੀ। ਉਹ ਜੇਲ੍ਹਾਂ ਦੇ ਵਿੱਚ 30 ਸਾਲ 40 ਸਾਲ ਹੋ ਗਏ ਨੇ, ਉਹ ਅੰਦਰ ਡੱਕੇ ਹੋਏ ਨੇ। ਉਸ ਤੋਂ ਬਾਅਦ ਕੋਟਾ ਬਣਿਆ,
ਵੋਟਾਂ ਤੋਂ ਬਾਅਦ ਇਹ UAP ਆ ਗਿਆ। ਸੋ ਭਾਰਤ ਦੇ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਕਾਨੂੰਨ ਨੇ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ। ਅਗਰ ਪੁਲਿਸ ਚਾਹਵੇ ਤੇ ਅਗਰ ਸਹੀ ਤਰੀਕੇ ਨਾਲ ਉਹਨਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਮੇਰਾ ਖਿਆਲ ਹੈ ਕਿ ਦੇਸ਼ ਦੇ ਵਿੱਚ ਕੋਈ ਵੀ ਇਹੋ ਜਿਹੀ ਗੈਰ ਕਾਨੂੰਨੀ ਐਕਟੀਵਿਟੀ ਹੋ ਨਹੀਂ ਸਕਦੀ। ਲਾਸਟ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਇਹਦਾ ਨਾਂ ਹੈਗਾ UAPA, ਜਿਹੜੇ ਦੇ ਦੋ ਪਹਿਲੇ ਅਕਸ਼ਰ ਨੇ ਅਨਲॉफुल ਐਕਟੀਵਿਟੀ। ਇਹਦਾ ਮਤਲਬ ਆ ਕਿ ਜਿਹੜਾ ਵਿਅਕਤੀ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਆ ਉਹਦੇ ਖਿਲਾਫ UAP ਲੱਗਣਾ ਚਾਹੀਦਾ। ਪਰ ਇੱਥੇ ਜਿਹੜੀ ਆ ਕਾਰਵਾਈ ਇਹ ਹੋ ਰਹੀ ਆ ਕਿ ਜੇ ਮੈਨੂੰ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦਾ ਰਾਈਟ ਸੰਵਿਧਾਨਕ ਤੌਰ ਤੇ ਮਿਲਿਆ ਹੋਇਆ ਤੇ ਮੇਰਾ ਇਹ ਫਰਜ਼ ਆ, ਮੈਨੂੰ ਹੱਕ ਆ ਕਿ ਮੈਂ ਸੋਸ਼ਲ ਮੀਡੀਆ ਤੇ ਆਪਣੀ ਵਿਚਾਰਧਾਰਾ ਦੇ ਮੁਤਾਬਕ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਮੈਂ ਕੋਈ ਵੀ ਗੱਲ ਕਰ ਸਕਦਾ, ਕੋਈ ਵੀ ਆਪਣੇ ਹੱਕ ਦੀ ਗੱਲ ਮੰਗ ਸਕਦਾ ਕਿ ਮੈਨੂੰ ਆਹ ਮਿਲਣਾ ਚਾਹੀਦਾ। ਮੈਂ ਤਾਂ ਸਿਕਿਉਰ ਹਾਂ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਵਰਲਡ ਵਿੱਚ, ਜਿੰਨੇ ਵੀ ਡੈਮੋਕ੍ਰੈਟਿਕ ਦੇਸ਼ ਨੇ, ਉਹਨਾਂ ਦਾ ਮੇਨ ਮਕਸਦ ਕੀ ਹੁੰਦਾ ਕਿ ਵੈਲਫੇਅਰ, ਜਸਟਿਸ ਔਰ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ। ਪਰ ਭਾਰਤ ਦੇ ਵਿੱਚ ਇਹ ਉਲਟ ਹੋ ਰਿਹਾ। ਭਾਰਤ ਦੇ ਵਿੱਚ ਜਿਹੜੀ ਆ ਅਸੁਰੱਖਿਆ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਸਰਕਾਰਾਂ ਵੱਲੋਂ, ਵੈਲਫੇਅਰ ਨਹੀਂ ਹੋ ਰਿਹਾ। ਇਸ ਵੇਲੇ ਕੋਵਿਡ-19 ਦੇ ਕਰਕੇ ਜਿਹੜਾ ਅੰਕੜਾ ਆ ਮਰੀਜ਼ਾਂ ਦਾ 12 ਲੱਖ ਤੋਂ ਉੱਪਰ ਪਾਰ ਕਰ ਗਿਆ। ਤੇ ਧਿਆਨ ਕੀ ਦੇਣਾ ਚਾਹੀਦਾ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਿ ਬਾਕੀ ਆਪਣੇ ਵਿਰੋਧੀ ਦਲਾਂ ਨੂੰ ਨਾਲ ਲੈ ਕੇ ਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਕੋਵਿਡ-19 ਦੇ ਖਿਲਾਫ ਜਿਹੜੀ ਲੜਾਈ ਲੜ ਕੇ ਦੇਸ਼ ਨੂੰ ਕਰੋਨਾ ਮੁਕਤ ਕਰਨਾ ਚਾਹੀਦਾ। ਪਰ ਸਰਕਾਰਾਂ ਦਾ ਧਿਆਨ ਉੱਧਰ ਨਹੀਂ। ਸਰਕਾਰਾਂ ਕਰੋਨਾ ਨੂੰ ਆਪਣੇ ਲਈ ਇੱਕ ਸੰਜੀਵਨੀ ਬੂਟੀ ਮੰਨਦੀਆਂ ਹੋਈਆਂ ਔਰ ਇਸ ਕਰੋਨਾ ਦੀ ਆੜ ਵਿੱਚ ਆਏ ਦਿਨ ਘੱਟ ਗਿਣਤੀਆਂ ਦੇ ਖਿਲਾਫ, SC ST ਦੇ ਖਿਲਾਫ ਨਵੇਂ ਕਾਨੂੰਨ ਬਣਾ ਕੇ ਉਹਨਾਂ ਦੇ ਅੰਦਰ ਇੱਕ ਇਨਸਿਕਿਉਰਿਟੀ ਪੈਦਾ ਕਰ ਰਹੀਆਂ, ਉਹਨਾਂ ਦੇ ਅੰਦਰ ਇੱਕ ਡਰ ਪੈਦਾ ਹੋ ਰਹੀਆਂ, ਜਿਹਦੇ ਵਿੱਚ ਸਭ ਤੋਂ ਵੱਧ ਮਿਸਯੂਜ਼ ਜਿਹੜਾ ਆ UAPA ਹੋ ਰਿਹਾ। ਇਸ ਕਰਕੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਕਿ ਇਹਨੂੰ ਵਾਪਸ ਲਿਆ ਜਾਵੇ ਤੇ ਪੰਜਾਬ ਸਰਕਾਰ ਤੋਂ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨਾਂ ਨੂੰ ਬੇਨਤੀ ਕਰਦੇ ਹਾਂ, ਉਹਨਾਂ ਤੋਂ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਇਹਦੇ ਲਈ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾ ਕੇ ਉਹਦੇ ਵਿੱਚ ਇਸ ਕਾਨੂੰਨ ਨੂੰ ਜਿਹੜਾ ਆ ਰੱਦ ਕੀਤਾ ਜਾਵੇ ਕਿਉਂਕਿ ਫੈਡਰਲ ਸਿਸਟਮ ਦੇ ਵਿਰੁੱਧ ਹੈ, ਇਹ ਸੰਘੀ ਢਾਂਚੇ ਦੇ ਵਿਰੁੱਧ ਆ। ਕਿਉਂਕਿ ਸਟੇਟਾਂ ਦੇ ਕੋਲ ਬਹੁਤ ਵੱਧ ਕਾਨੂੰਨੀ ਅਧਿਕਾਰ ਨੇ ਕਿਸੇ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਦੇ, ਪਰ ਇਹੋ ਜਿਹੇ ਜਿਹੜੇ ਕਾਲੇ ਕਾਨੂੰਨ ਜਿਹੜੇ ਘੱਟ ਗਿਣਤੀਆਂ ਨੂੰ SC ST OBC ਨੂੰ ਇਹ ਜਿਹੜਾ ਨਿਸ਼ਾਨਾ ਬਣਾ ਕੇ ਬਣਾਏ ਜਾ ਰਹੇ, ਇਹਨਾਂ ਨੂੰ ਰੱਦ ਕਰਨਾ ਜਿਹੜਾ ਆ ਪੰਜਾਬ ਸਰਕਾਰ ਦਾ ਹੀ ਕੰਮ ਹੈ। ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਵਾ ਉਹ ਆਪਣੇ ਹਿੰਦੂਤਵੀ ਜਿਹੜੇ ਮਨਸੂਬੇ ਆ ਉਹਨਾਂ ਦੀ ਪ੍ਰਾਪਤੀ ਵਾਸਤੇ ਉਹਨੇ ਜਿਹੜਾ ਇਹੋ ਐਕਟ UAPA ਜਿਹੜਾ ਲਿਆਂਦਾ ਆ ਉਹਦੀ ਦੁਰਵਰਤੋਂ ਜਿਹੜੀ ਉਹ ਲਗਾਤਾਰ ਕਰ ਰਹੇ ਆ ਏਜੰਸੀਆਂ ਦੇ ਥਰੂ, NIA ਦੇ ਥਰੂ, ਤੇ ਜਿਸ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਜਿਹੜੀ ਇਸ ਏਜੰਸੀ ਦੇ ਥਰੂ ਜਿਹੜੇ 2020 ਦਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀਗਾ ਉਹਦੇ ਕਰਕੇ ਹੁਣ ਜਿਹੜਾ ਆ ਸਿੱਖ ਨੌਜਵਾਨਾਂ ਦੇ ਉੱਤੇ ਜਿਹੜੀ ਉਹ ਵਰਤੋਂ ਜਿਹੜੀ ਕੀਤੀ ਗਈ ਆ ਉਹਦੇ ਬੜੇ ਰਿਜ਼ਲਟ ਜਿਹੜੇ ਉਹ ਘਾਤਕ ਸਿੱਧ ਹੋ ਰਹੇ ਆ ਤੇ ਲੋਕਾਂ ਦੇ ਵਿੱਚ ਜਿਹੜੀ ਇਹਦੀ ਪ੍ਰਤੀ ਬੜੀ ਦਹਿਸ਼ਤ ਵਾ। ਲੇਕਿਨ ਹਕੂਮਤਾਂ ਦੇ ਜਿਹੜੇ ਜਾਬਰ ਜਿਹੜੇ ਉਹ ਚਿਹਰੇ ਆ ਉਹ ਜਿੰਨਾ ਵੀ ਮਰਜ਼ੀ ਜ਼ਬਰ ਕਰ ਲੈਣ, ਲੇਕਿਨ ਜਿਹੜੇ ਇਨਸਾਫ ਪਸੰਦ ਲੋਕ ਆ ਅਸੀਂ ਇਹਦਾ ਡਟ ਕੇ ਮੁਕਾਬਲਾ ਕਰਾਂਗੇ। ਹਕੂਮਤ ਦੀ ਜਿਹੜੀ ਜਿੱਦਾਂ ਪਹਿਲਾਂ ਜਿਹੜੇ ਟਾਡਾ ਵਰਗੇ ਪੋਟਾ ਵਰਗੇ ਕਾਨੂੰਨ ਜਿਹੜੇ ਵਾਪਸ ਲੈਣੇ ਪਏ ਆ ਤੇ ਇੱਕ ਦਿਨ ਜਿਹੜਾ ਇਹ ਜਾਬਰ ਕਾਨੂੰਨ ਵੀ ਸਰਕਾਰਾਂ ਨੂੰ ਜਿਹੜਾ ਆਪਣੀਆਂ ਨਾਕਾਮੀਆਂ ਛਪਾਉਣ ਦੇ ਲਈ ਨਹੀਂ ਲਿਆਂਦਾ ਆ, ਇਹ ਵੀ ਉਹਨਾਂ ਨੂੰ ਵਾਪਸ ਲੈਣੇ ਪੈਣਗੇ। ਇਹ ਬੜਾ ਖਤਰਨਾਕ ਐਕਟ ਆ। ਇਹ ਕੇਵਲ ਤੇ ਕੇਵਲ ਜਿਵੇਂ ਚੌਧਰੀ ਸਾਹਿਬ ਨੇ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਦੱਸਿਆ, ਇਹ ਜਿਹੜਾ ਘੱਟ ਗਿਣਤੀਆਂ ਦੇ ਖਿਲਾਫ, ST ST ਦੇ ਖਿਲਾਫ ਜਿਹੜਾ ਇਹਦੀ ਵਰਤੋਂ ਜਿਹੜੀ ਲਗਾਤਾਰ ਹੋ ਰਹੀ ਆ। ਤੇ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਟਾਈਮ ਵੀ ਇਹਦੀ ਰੱਜ ਕੇ ਵਰਤੋਂ ਹੋਈ ਆ, ਦੁਰਵਰਤੋਂ ਹੋਈ ਆ। ਤੇ ਹੁਣ ਜਦੋਂ ਦੀ ਕਾਂਗਰਸ ਸਰਕਾਰ ਵੀ ਬਣੀ ਆ ਤਕਰੀਬਨ 50 ਤੋਂ ਲੈ 45 ਤੋਂ ਲੈ ਕੇ 50 ਕੇਸ ਜਿਹੜੇ ਆ ਉਹ ਅਕਾਲੀ ਭਾਜਪਾ ਦੇ ਟਾਈਮ ਵੀ ਹੋਏ ਆ ਤੇ ਇਹ ਹੁਣ ਵੀ ਲਗਭਗ 45 ਤੋਂ 50 ਦੇ ਕਰੀਬ 47 ਦੇ ਕਰੀਬ ਜਿਹੜੇ ਕੇਸ ਵਾ ਉਹ ਰਜਿਸਟਰਡ ਜਿਹੜੇ ਹੋ ਚੁੱਕੇ ਆ। ਤੇ ਇਹ ਆਪਣੀਆਂ ਨਾਕਾਮੀਆਂ ਛਪਾਉਣ ਦੇ ਲਈ ਕੈਪਟਨ ਸਾਹਿਬ ਦੀ ਜਿਹੜੀ ਕਾਂਗਰਸ ਸਰਕਾਰ ਵਾ ਉਹ ਸੈਂਟਰ ਦੇ ਵਿੱਚ ਤਾਂ ਇਹ UAPA ਕਾਨੂੰਨ ਨੂੰ ਰੱਦ ਕਰਦੀ ਆ, ਲੇਕਿਨ ਹੈਰਾਨੀ ਵਾਲੀ ਗੱਲ ਆ ਬਈ ਇੱਥੇ ਕਾਂਗਰਸ ਦੀ ਸਰਕਾਰ ਜਿਹੜੀ ਆ ਕੈਪਟਨ ਸਾਹਿਬ ਦੇ ਅਧੀਨ ਆ ਤੇ ਇਹਦੀ ਵਰਤੋਂ ਕਰਕੇ ਤੇ ਉਸ ਜਿਹੜੇ ਨੌਜਵਾਨਾਂ ਦਾ ਜਿਹੜਾ ਭਵਿੱਖ ਆ ਜਿਨ੍ਹਾਂ ਦੇ ਵਿੱਚ ਬਿਲਕੁਲ ਮਾਈਨਰ ਜਿਹੇ ਉਹਨਾਂ ਦੇ ਉੱਤੇ ਦੋਸ਼ ਆ ਕਿ ਉਹਨਾਂ ਨੇ 2020 ਦੇ ਸੰਬੰਧ ਵਿੱਚ ਜਾਂ ਹੋਰ ਇਹੋ ਜਿਹੀ ਐਕਟੀਵਿਟੀ ਜਿਹੜੀ ਕੀਤੀ ਆ ਉਹ
ਉਹ ਜਿਹੜੇ ਆ ਉਹਨਾਂ 'ਤੇ ਇਹੋ ਜਿਹੇ ਦੋਸ਼ ਲਾ ਕੇ ਇੰਨਾ ਖਤਰਨਾਕ, ਜਿਵੇਂ ਚੌਧਰੀ ਸਾਹਿਬ ਨੇ ਦੱਸਿਆ ਕਿ ਵੀ ਆਈਪੀਸੀ ਦਾ ਧਾਰਾਵਾਂ ਜਿਹੜੀਆਂ ਅਗਰ ਕੋਈ ਇਹੋ ਜਿਹਾ ਵੀ ਕੋਈ ਗੈਰ ਕਾਨੂੰਨੀ ਕੋਈ ਗਤੀਵਿਧੀ ਲੱਗਦੀ ਆ, ਉਹ ਸਟੇਟਾਂ ਦੇ ਕੋਲ ਬਹੁਤ ਅਧਿਕਾਰ ਆ, ਕਾਨੂੰਨ ਹੈਗੇ ਆ ਜਿਹਦੇ ਤਹਿਤ ਉਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾ ਸਕਦੀ ਆ। ਲੇਕਿਨ ਇਹ ਸਿਆਸੀ ਮਨਸੂਬੇ ਵਾਸਤੇ ਜਿਹੜੇ ਉਹ ਸਰਕਾਰਾਂ ਇਸ ਕਾਨੂੰਨ ਦੀ ਜਿਹੜੀ ਦੁਰਵਰਤੋਂ ਕਰਦੀਆਂ ਉਹ ਬਹੁਤ ਮੰਦਭਾਗੀ ਆ। ਅਸੀਂ ਇਹਦੀ ਸਖਤ ਲਫ਼ਜ਼ਾਂ ਨਾਲ ਨਿਖੇਧੀ ਕਰਦੇ ਹਾਂ। ਤੁਸੀਂ ਨੇ ਗੱਲ ਕੀਤੀ ਹੈ ਵੀ ਕਾਉਂਟਿੰਗ ਨੂੰ ਲੈ ਕੇ ਕਾਫੀ ਵੀ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਜਾਂ ਦੇਸ਼ ਨੂੰ ਇੱਕ ਕਾਨੂੰਨ ਦੇ ਤਹਿਤ ਫੜਿਆ ਗਿਆ, ਪਰ ਇੱਕ ਚੀਜ਼ ਦੇਖੀ ਵੀ ਜਿਹੜੇ ਇਹ ਵੀ ਚੀਜ਼ ਦੇਖਣ ਨੂੰ ਆਈ ਵੀ ਵਿਦੇਸ਼ ਦੀ ਧਰਤੀ 'ਤੇ ਰਹਿ ਕੇ ਬਹੁਤ ਸਾਰੇ ਪੰਜਾਬੀ ਉੱਥੇ ਰਹਿ ਕੇ ਪੰਜਾਬ ਦੇ ਨੌਜਵਾਨ ਨੂੰ ਗੁੰਮਰਾਹ ਕਰਦੇ ਆ, ਇਹ ਸਰਕਾਰਾਂ ਦਾ ਕਹਿਣਾ ਹੈ। ਨਹੀਂ, ਜਿੱਦਾਂ ਹੁਣ ਸ਼੍ਰੋਮਣੀ ਅਕਾਲੀ ਦਲ ਆ, ਸਾਡਾ ਜਿਹੜਾ ਕਾਨੂੰਨ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਾਂ ਦਲ ਖਾਲਸਾ ਵੱਲੋਂ ਸਾਨੂੰ ਜਿਹੜਾ ਰਾਈਟ ਫਰੀडम ਆਫ ਸਪੀਚ ਦਾ ਜਿਹੜਾ ਜਾਂ ਸਾਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਸਾਰਾ ਹੈਗਾ ਆ, ਅਸੀਂ ਉਹਦੀ ਵਰਤੋਂ ਕਰਕੇ ਆਪਣਾ ਜਿਹੜਾ ਪੱਖ ਸਮਾਜਿਕ ਤੌਰ ਦੇ ਉੱਤੇ ਅਮਨਮਿਤ ਜਮਹੂਰੀਅਤ ਤਰੀਕੇ ਨਾਲ ਅਸੀਂ ਕਰ ਰਹੇ ਹਾਂ। ਇਹੋ ਜਿਹੀ ਤਾਂ ਕੋਈ ਗੱਲ ਹੈ ਨਹੀਂ ਉਹ। ਅਤੇ ਜੇ ਅਗਰ ਉਹ ਲੱਗਦੀ ਆ ਉਹਦੇ 'ਤੇ ਆਈਪੀਸੀ ਦੇ ਧਾਰਾਵਾਂ ਹੋਰ ਹੈਗੀਆਂ, ਜਿਹੜੇ ਕਾਨੂੰਨ ਹੈਗੇ ਜੋ, ਪਰ ਯੂਏਪੀ ਜਿਹੜਾ ਕਾਨੂੰਨ ਆ ਇਹ ਤਾਂ ਜਿੱਦਾਂ ਪਿਛਲੇ ਸਮੇਂ ਦੌਰਾਨ ਬੰਬੇ ਦੇ ਵਿੱਚ ਕਸਾਬ ਹੁਣੀ ਆ ਕੇ ਐਕਸ਼ਨ ਕੀਤਾ ਸੀਗਾ, ਉਹ ਮੰਦਭਾਗਾ ਜਿਹੜਾ ਸੀਗਾ ਉਹ, ਅਸੀਂ ਉਹਦੀ ਨਿਖੇਧੀ ਵੀ ਕਰਦੇ ਹਾਂ। ਇਹੋ ਜਿਹੀ ਜਿਹੜੀਆਂ ਘਟਨਾਵਾਂ ਚਾਹੇ ਇੱਥੇ ਦੂਸਰੇ ਦੇ ਵਿੱਚ ਪਠਾਨਕੋਟ ਦੇ ਵਿੱਚ ਆ ਕੇ 에ਅਰ ਬੇਸ 'ਤੇ ਅਟੈਕ ਕੀਤਾ ਸੀ, ਉਹ ਜਿਹੜੀ ਅੱਤਵਾਦੀ ਜਿਹੜੀਆਂ ਗਤੀਵਿਧੀਆਂ ਉਹਨਾਂ ਉੱਤੇ ਜਿਹੜੇ ਐਕਟ ਦੀ ਵਰਤੋਂ ਕੀਤੀ ਜਾਣੀ ਹੈ, ਨਾ ਕਿ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਆ ਜੇ ਉਹ ਆਪਣਾ ਕੋਈ ਅਧਿਕਾਰ ਦੀ ਵਰਤੋਂ ਕਰਦੇ ਜਾਂ ਉਹਨੂੰ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਉਹਦੀ ਵਰਤੋਂ ਕਰਦੇ ਆ, ਤਾਂ ਉਹਨਾਂ ਉੱਤੇ ਨਹੀਂ ਯੂਜ਼ ਹੋਣਾ ਹੈ। ਤੁਹਾਡਾ ਮਤਲਬ ਇਹ ਵੀ ਜਿਹੜਾ ਇਹ ਐਕਟ ਬਣਾਇਆ ਗਿਆ, ਜਿਹੜੀ ਇਹ ਧਾਰਾ ਬਣਾਈ ਹੈ, ਉਹ ਕਿਤੇ ਬਹੁਤ ਘੱਟ ਗਈ, ਖਾਸ ਕਰਕੇ ਛੋਟੇ ਦੀ ਕੋਈ ਅਫੈਂਸ ਜਿਹੜਾ ਆਈਪੀਸੀ ਧਾਰਾ ਲੱਗਣੀ ਚਾਹੀਦੀ ਹੈ, ਨਾ ਕਿ ਜਿਹੜੇ ਆਪਾਂ ਵਰਗੇ। ਹਾਂਜੀ, ਬਿਲਕੁਲ ਬਿਲਕੁਲ। ਅਗਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਤਾਂ ਉਹ ਤਾਂ ਆਈਪੀਸੀ ਦੀਆਂ ਧਾਰਾਵਾਂ ਬਥੇਰੀਆਂ ਹੈਗੀਆਂ, ਉਹਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਮੈਂ ਇੱਥੇ ਆਏ ਆਪਣੇ ਮੀਡੀਆ ਦਾ ਔਰ ਆਪਣੇ ਫਰੰਟ ਦੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ। ਇਸ ਬਾਰੇ ਜਿਹੜੀ ਸਾਡੀ ਅੱਜ ਮੀਟਿੰਗ ਹੋਈ ਹੈ, ਇਹ ਮੀਟਿੰਗ ਇੱਕ UAPA ਕਾਨੂੰਨ ਦੇ ਖਿਲਾਫ ਜਿਹੜਾ ਸਰਕਾਰ ਇੱਕ ਘੱਟ ਗਿਣਤੀਆਂ ਦੇ ਲੋਕਾਂ 'ਤੇ ਇੱਕ ਜ਼ੁਲਮ ਕਰ ਰਹੀ ਹੈ, ਉਸ ਬਾਰੇ ਅਸੀਂ ਇਕੱਠੇ ਹੋਏ ਹਾਂ। ਪਰ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਇਸ ਨੂੰ ਰੱਦ ਕੀਤਾ ਜਾਵੇ ਔਰ ਇਹ ਜਿਹੜਾ ਜ਼ੁਲਮ ਹੋ ਰਿਹਾ ਇਸ ਜ਼ੁਲਮ ਨੂੰ ਬੰਦ ਕੀਤਾ ਜਾਵੇ। ਜੇ ਸਰਕਾਰ ਇਸ ਚੀਜ਼ ਨੂੰ ਬੰਦ ਨਹੀਂ ਕਰੇਗੀ ਤਾਂ ਆਪਾਂ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ ਔਰ ਮੁਜ਼ਾਹਰਾ ਕਰਾਂਗੇ।